ਸਤਨਾਮ। ਵਾਹਿਗੁਰੂ ਜੀ। ਘਰ ਆਇਰੜੇ ਸਾਜਨਾ ਤਾਂ ਤਨ ਖਰੀ ਸਰਸੀ ਰਾਮ। ਹਰ ਮੋਹੜੀ ਸਾਚ ਸ਼ਬਦ ਠਾਕੁਰ ਦੇਖ ਰਹੰਸੀ ਰਾਮ। ਗੁਣ ਸੰਗ ਰਹੰਸੀ ਖਰੀ ਸਰਸੀ। ਜਾ ਰਵੀ ਰੰਗ ਰਾਤੈ ਅਵਗਣ ਮਾਰ। ਗੁਣੀ ਘਰ ਛਾਇਆ ਪੂਰੈ ਪੁਰਖ ਵਿਦਾਤੈ। ਤਸ਼ਕਰ ਮਾਰ ਵਸੀ ਪੰਚਾਇਣ ਅਦਲ ਕਰੇ ਵਿਚਾਰੇ। ਨਾਨਕ ਰਾਮ ਨਾਮ ਨਿਸਤਾਰਾ ਗੁਰਮਤਿ ਮਿਲੈ ਪਿਆਰੇ। ਨਾਨਕ ਰਾਮ ਨਾਮ ਨਿਸਤਾਰਾ ਗੁਰਮਤਿ ਮਿਲੈ ਪਿਆਰੇ। ਸਾਹਿਬ ਸਤਿਗੁਰੂ ਗੁਣੀ ਨਿਦਾਨ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਵਰੂਪ ਦੇ ਵਿੱਚੋਂ ਪਾਵਨ ਅੰਗ 764 ਤੇ ਸੁਭਾਇਮਾਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਸੂਹੀ ਦੇ ਅੰਦਰ ਦਰਜ ਸ਼ੰਤ ਰੂਪ ਵਿੱਚ ਲਿਖੇ ਹੋਏ ਬਚਨ ਦੇ ਵਿੱਚੋਂ ਦੂਸਰੇ ਬੰਦ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ। ਇਸ ਬਚਨ ਦੇ ਅੰਦਰ ਕੁੱਲ 4 ਬੰਦ ਹਨ। ਪਹਿਲੇ ਬੰਦ ਦੀ ਵਿਚਾਰ ਕੱਲ ਦੇ ਦੀਵਾਨ ਅੰਦਰ ਆਪ ਜੀ ਨੇ ਸ਼ਰਵਣ ਕੀਤੀ ਸੀ। ਅੱਜ ਦੇ ਦੀਵਾਨ ਅੰਦਰ ਦੂਸਰੇ ਬੰਦ ਦੀ ਵਿਚਾਰ ਆਪ ਜੀ ਦੇ ਸਨਮੁਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਿਰਮਤ ਦਾ ਸਦਕਾ ਸਾਂਝੀ ਕਰਨ ਜਾ ਰਹੇ ਹਾਂ। ਇੱਕ ਵਾਰ ਬੜੇ ਪਿਆਰ ਅਤੇ ਭੈ ਭਾਵਨੀ ਦੇ ਨਾਲ ਗੁਰੂ ਕਲਗੀਧਰ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਨੀ ਜੀਓ। ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਕੁਝ ਸ਼ਬਦ ਐਸੇ ਹਨ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਅਨੇਕ ਹੀ ਭਾਵਾਂ ਦੇ ਵਿੱਚ ਵਰਤ ਕੇ ਆਪਣੀ ਗੱਲ ਸਾਡੇ ਸਨਮੁਖ ਰੱਖੀ ਹੈ। ਉਹਨਾਂ ਅਨੇਕ ਲਫ਼ਜ਼ਾਂ ਦੇ ਵਿੱਚੋਂ ਇੱਕ ਲਫ਼ਜ਼ ਹੈ ਘਰ। ਘਰ ਸ਼ਬਦ ਨੂੰ ਸਤਿਗੁਰੂ ਜੀ ਨੇ ਬਹੁ ਅਰਥੀ ਭਾਵਾਂ ਦੇ ਵਿੱਚ ਵਰਤਿਆ ਹੈ। ਘਰ ਦਾ ਪ੍ਰਚਲਿਤ ਅਰਥ ਜਿੱਥੇ ਮਨੁੱਖ ਆਪਣੇ ਪਰਿਵਾਰ ਦੇ ਨਾਲ ਰਹਿ ਰਿਹਾ ਹੈ ਇਹ ਹੈ, ਪਰ ਇਸ ਦੇ ਹੋਰ ਕਈ ਭਾਵ ਵੀ ਸਤਿਗੁਰੂ ਨੇ ਬਾਣੀ ਵਿੱਚ ਰੱਖੇ ਹਨ। ਜਿਵੇਂ ਰਾਗਾਂ ਦੀ ਪੱਧਤੀ ਦੇ ਅਨੁਸਾਰ
ਤਾਲਾਂ ਨੂੰ ਜਦੋਂ ਵੰਡਿਆ ਗਿਆ ਤੇ ਸਤਿਗੁਰ ਨੇ ਤਾਲ ਦੇ ਵਾਸਤੇ ਵੀ ਇੱਕ ਖਾਸ ਸ਼ਬਦ ਵਰਤਿਆ ਹੈ, ਜਿਸ ਨੂੰ ਘਰ ਆਖਦੇ ਹਾਂ। ਅਸੀਂ ਬਹੁਤ ਸਾਰੇ ਸ਼ਬਦਾਂ ਦੇ ਉੱਪਰ ਪੜ੍ਹਦੇ ਹਾਂ, ਘਰ ਪਹਿਲਾ, ਘਰ ਦੂਜਾ, ਘਰ ਤੀਜਾ, ਘਰ ਚੌਥਾ, ਘਰ ਪੰਜਵਾਂ। ਇਸ ਤਰ੍ਹਾਂ ਇਹ ਗਿਣਤੀ ਜਿਹੜੀ ਹੈ 18 ਤੱਕ ਚੱਲਦੀ ਹੈ। ਘਰ ਦਾ ਇੱਕ ਭਾਵ ਤਾਲ ਦੇ ਨਾਲ ਸੰਬੰਧ ਵੀ ਹੈ। ਘਰ ਦਾ ਇੱਕ ਭਾਵ ਇਹ ਵੀ ਹੈ, ਜਿਸ ਸਤ ਸੰਗਤ ਦੇ ਅੰਦਰ ਅਸੀਂ ਬੈਠੇ ਹਾਂ, ਸਤਿਗੁਰ ਨੇ ਇਸ ਨੂੰ ਵੀ ਘਰ ਆਖਿਆ ਹੈ। ਸੋਹਿਲਾ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਤਿਤ ਘਰ ਗਾਵੋ ਸੋਹਿਲਾ, ਸਿਵਰਿਓ ਸਿਰਜਣ ਹਾਰੋ। ਉਹ ਕਿਹੜਾ ਘਰ ਹੈ? ਉਹ ਕਿਸ ਘਰ ਦੀ ਗੱਲ ਹੈ? ਉੱਥੇ ਸਤਿਗੁਰੂ ਜੀ ਸਤ ਸੰਗਤ ਦੀ ਗੱਲ ਕਰ ਰਹੇ ਹਨ ਕਿ ਸਤ ਸੰਗਤ ਦੇ ਅੰਦਰ ਤੁਸੀਂ ਰੱਬ ਦੇ ਖੁਸ਼ੀ ਦੇ ਗੀਤ ਮੰਗਲ ਗਾਵੋ। ਹੁਣ ਇੱਕ ਘਰ ਦਾ ਭਾਵ ਸਤ ਸੰਗਤ ਵੀ ਹੈ। ਸ਼ਾਮ ਨੂੰ ਸੋਦਰ ਦਾ ਪਾਠ ਕਰਦੇ ਹਾਂ, ਉਥੇ ਸਤਿਗੁਰੂ ਸ਼੍ਰੀ ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਆਖਦੇ ਹਨ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਉਥੇ ਇੱਕ ਉਸ ਘਰ ਦੀ ਗੱਲ ਵੀ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ, ਜਿਸ ਘਰ ਦੇ ਵਿੱਚ ਬੈਠ ਕੇ ਵਾਹਿਗੁਰੂ ਇਸ ਪੂਰੀ ਕਾਇਨਾਤ ਨੂੰ ਸੰਭਾਲ ਰਿਹਾ ਹੈ। ਲਫ਼ਜ਼ ਘਰ ਹੀ ਰਹਿੰਦਾ ਹੈ, ਪਰ ਇਸ ਦੇ ਅਨੇਕ ਭਾਵ ਜਿਹੜੇ ਹਨ ਸਤਿਗੁਰੂ ਜੀ ਬਾਣੀ ਦੇ ਅੰਦਰ ਦਰਜ ਕਰਦੇ ਹਨ। ਕਿਤੇ ਇਹਦਾ ਭਾਵ ਸਤਸੰਗਤ ਬਣ ਜਾਂਦਾ ਹੈ, ਕਿਤੇ ਇਹਦਾ ਭਾਵ ਤਾਲ ਦੇ ਨਾਲ ਸੰਬੰਧ ਹੋ ਜਾਂਦਾ ਹੈ, ਕਿਤੇ ਇਹਦਾ ਭਾਵ ਕੁੱਲ ਕਾਇਨਾਤ ਹੋ ਜਾਂਦੀ ਹੈ, ਜਿਸ ਵਿੱਚ ਕਰਤਾ ਪੁਰਖ ਬੈਠ ਕੇ ਇਸ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ, ਅਤੇ ਕਿਤੇ ਇਹਦਾ ਭਾਵ ਇਹ ਸਾਡਾ ਸਰੀਰ ਵੀ ਹੈ। ਬਾਣੀ ਵਿੱਚ ਸਤਿਗੁਰ ਨੇ ਇਸ ਸਰੀਰ ਨੂੰ ਵੀ ਇੱਕ ਘਰ ਮੰਨਿਆ ਹੈ। ਜਿਵੇਂ ਘਰ ਦੇ ਅੰਦਰ ਕੁਝ ਰਿਸ਼ਤੇ ਨਾਤੇ ਹਨ, ਘਰ ਦੇ ਅੰਦਰ ਕੁਝ ਆਪਸ ਵਿੱਚ ਰਿਸ਼ਤੇ ਨਾਤੇ ਵਾਲੇ ਰਹਿੰਦੇ ਹਨ, ਇਵੇਂ ਇਸ ਸਰੀਰ ਰੂਪੀ ਘਰ ਦੇ ਵਿੱਚ ਵੀ ਕੁਝ ਰਿਸ਼ਤੇ ਬਣਾਏ ਨੇ ਸਤਿਗੁਰ ਨੇ। ਜਿਵੇਂ ਸਾਡੇ ਸੰਸਾਰਕ ਘਰ 'ਚ ਸਾਡੀ ਮਾਂ ਹੈ, ਸਾਡਾ ਬਾਪ ਹੈ, ਸਾਡੇ ਭੈਣ ਭਰਾ ਹਨ, ਸਾਡੀ ਘਰਵਾਲੀ ਹੈ, ਬੱਚੇ ਹਨ। ਇਵੇਂ ਸਤਿਗੁਰ ਦੀ ਬਾਣੀ 'ਚ ਆਖਦੇ ਹਨ ਕਿ ਇਹ ਸਰੀਰ ਇੱਕ ਘਰ ਹੈ, ਤੇ ਇਸ ਸਰੀਰ ਰੂਪੀ ਘਰ ਵਿੱਚ ਮਾਂ ਕੌਣ ਹੈ? ਗੁਰਦੇਵ ਆਖਦੇ ਹਨ, ਮਤ ਮਾਤਾ। ਮਤ ਜਿਹੜੀ ਹੈ ਉਹ ਮਾਂ ਹੈ, ਤੇ ਸੰਤੋਖ ਪਿਤਾ। ਇਸ ਸਰੀਰ ਦੇ ਅੰਦਰ ਜੋ ਸੰਤੋਖ ਹੈ ਉਹ ਇਹਦਾ ਪਿਤਾ ਹੈ। ਭਾਵ ਸਰੀਰ ਨੂੰ ਇੱਕ ਘਰ ਬਣਾ ਕੇ ਇਹਦੇ ਵਿੱਚ ਸਤਿਗੁਰ ਨੇ ਕੁਝ ਰਿਸ਼ਤੇ ਆਪਣੇ ਵੱਲੋਂ ਆਂਕੇ ਹਨ, ਜੋ ਗੁਣ ਰੂਪ ਹਨ। ਮਤ ਵੀ ਗੁਣ ਰੂਪ ਹੈ, ਸੰਤੋਖ ਵੀ ਗੁਣ ਰੂਪ ਹੈ, ਪਰ ਉਹਨਾਂ ਨੂੰ ਰਿਸ਼ਤਿਆਂ ਦੇ ਵਿੱਚ ਪਰਿਭਾਸ਼ਿਤ ਕੀਤਾ, ਕਿਉਂਕਿ ਸਰੀਰ ਨੂੰ ਘਰ ਆਖਿਆ ਹੈ। ਇਵੇਂ ਸਤਿਗੁਰੂ ਜੀ ਕਹਿੰਦੇ, ਸਤ ਭਾਈ ਕਰ ਇਹ ਵਿਸ਼ੇਖ। ਸਤ ਦਾ ਅਰਥ ਹੁੰਦਾ ਹੈ ਜਿਹਨੂੰ ਅਸੀਂ ਕਹਿੰਦੇ ਆ ਦਾਨੀ ਸੁਭਾਅ। ਕਹਿੰਦੇ ਇਸ ਸਰੀਰ ਦੇ ਅੰਦਰ ਜੋ ਦਾਨੀ ਸੁਭਾਅ ਹੈ, ਉਹ ਸਮਝ ਲਓ ਸਰੀਰ ਦੇ ਵਿੱਚ ਬੈਠਾ ਹੋਇਆ ਭਰਾ ਹੈ, ਉਸ ਨੂੰ ਭਰਾ ਆਖਿਆ ਹੈ। ਸੋ ਮੈਂ ਇਸ ਕਰਕੇ ਇਹ ਬਚਨ ਤੁਹਾਡੇ ਨਾਲ ਸਾਂਝਾ ਕੀਤਾ ਕਿ ਜਦੋਂ ਅਸੀਂ ਪਵਿੱਤਰ ਬਾਣੀ ਨੂੰ ਪੜ੍ਹਦੇ ਹਾਂ, ਇਸ ਖਿਆਲ ਦੇ ਨਾਲ ਪੜ੍ਹਨ ਦੀ ਕੋਸ਼ਿਸ਼ ਕਰੀਏ ਕਿ ਇਹਦਾ ਭਾਵ ਸਤਿਗੁਰ ਨੇ ਇੱਥੇ ਕੀ ਦਿੱਤਾ ਹੈ। ਜਿਸ ਸ਼ਬਦ ਦੀ ਅਸੀਂ ਗੱਲ ਕਰ ਰਹੇ ਹਾਂ, ਜਿਸ ਸ਼ਬਦ ਨੂੰ ਅਸੀਂ ਵਿਚਾਰ ਰਹੇ ਹਾਂ, ਇਸ ਸ਼ਬਦ ਦੇ ਵਿੱਚ ਇੱਕ ਉਦਾਹਰਣ ਸਤਿਗੁਰ ਨੇ ਲਈ ਹੈ। ਕੱਲ ਮੈਂ ਉਹਦਾ ਜ਼ਿਕਰ ਕੀਤਾ ਸੀ, ਤੇ ਉਸ ਉਦਾਹਰਣ ਨੂੰ ਸਾਹਮਣੇ ਰੱਖ ਕੇ ਬਾਕੀ ਸਾਰਾ ਸ਼ਬਦ ਅੱਗੇ ਵਧਦਾ ਹੈ। ਉਹ ਉਦਾਹਰਣ ਹੈ ਇੱਕ ਵਿਆਹੁਤਾ ਔਰਤ ਦੀ, ਪਤਨੀ ਦੀ, ਕਿ ਪਤਨੀ ਜਿਹੜੀ ਹੈ ਉਹ ਵਿਆਹੁਤਾ ਹੈ, ਤੇ ਕੁਝ ਦਿਨ ਉਹਦਾ ਘਰਵਾਲਾ ਉਹਦੇ ਘਰ ਨਾਲ ਰਹਿੰਦਾ ਹੈ, ਪਰ ਕੁਝ ਦਿਨਾਂ ਬਾਅਦ ਉਸ ਨੂੰ ਆਪਣੇ ਕਿਰਤ ਵਿਰਤ ਕਾਰ ਕਮਾਈ ਤੇ ਘਰੋਂ ਬਾਹਰ ਜਾਣਾ ਪੈਂਦਾ ਹੈ। ਜਦੋਂ ਘਰੋਂ ਬਾਹਰ ਚਲਾ ਜਾਂਦਾ ਹੈ ਤਾਂ ਪਤਨੀ ਉਹਦੀ ਉਡੀਕ ਕਰਦੀ ਹੈ। ਉਸ ਭਾਵ ਨੂੰ ਸਤਿਗੁਰ ਨੇ ਇੱਥੇ ਸ਼ਬਦ ਦੇ ਵਿੱਚ ਦਰਜ ਕੀਤਾ, ਜਿੱਥੇ ਕੱਲ ਅਸੀਂ ਬਚਨ ਸਮਝਿਆ ਸੀਗਾ, ਆਵੋ ਸੱਜਣਾ ਹੋਂ ਦੇਖਾਂ ਦਰਸ਼ਨ ਤੇਰਾ ਰਾਮ। ਜਿਵੇਂ ਇੱਕ ਪਤਨੀ ਆਪਣੇ ਪਤੀ ਦੀ ਉਡੀਕ ਕਰਦੀ ਹੈ, ਉਵੇਂ ਸਤਿਗੁਰੂ ਜੀ ਇੱਥੇ ਜ਼ਿਕਰ ਕਰਦੇ ਨੇ ਕਿ ਇਹ ਸਰੀਰ ਘਰ ਹੈ। ਇਸ ਸਰੀਰ ਰੂਪੀ ਘਰ ਦੇ ਵਿੱਚ ਜੋ ਜੀਵ ਆਤਮਾ ਹੈ, ਜਿਹਨੂੰ ਆਤਮਾ ਵੀ ਕਿਹਾ, ਬੰਦੇ ਦੇ ਅੰਦਰ ਦਾ ਆਤਮ,
ਉਹ ਸਮਝ ਲਓ ਇਉਂ ਉਡੀਕ ਕਰ ਰਿਹਾ ਹੈ ਜਿਵੇਂ ਇੱਕ ਪਤਨੀ ਉਡੀਕ ਕਰ ਰਹੀ ਹੁੰਦੀ ਹੈ ਕਿ ਹੇ ਵਾਹਿਗੁਰੂ ਪਰਮੇਸ਼ਰ, ਤੂੰ ਮੇਰੇ ਇਸ ਸਰੀਰ ਰੂਪੀ ਘਰ ਵਿੱਚ ਆ ਕੇ ਤੇ ਮੈਨੂੰ ਮਿਲ, ਮੇਰੇ ਨਾਲ ਮਿਲਾਪ ਕਰ। ਸਮਝ ਲਓ ਇਉਂ ਇਸ ਦ੍ਰਿਸ਼ਟਾਂਤ ਨੂੰ, ਇਸ ਸ਼ਬਦ ਨੂੰ ਸਤਿਗੁਰੂ ਨੇ ਲਿਖਿਆ। ਸੋ ਇਸ ਸ਼ਬਦ ਦੇ ਅੰਦਰ ਘਰ ਦਾ ਜ਼ਿਕਰ ਵਾਰ-ਵਾਰ ਆਏਗਾ। ਉਸ ਘਰ ਦਾ ਭਾਵ ਹੈ ਸਾਡਾ ਸਰੀਰ, ਨਾ ਕਿ ਸਾਡਾ ਜੋ ਦੁਨਿਆਵੀ ਘਰ ਹੈ। ਤੋ ਸਤਿਗੁਰੂ ਜੀ ਅੱਜ ਦੇ ਬਚਨ ਦਾ ਆਗਾਜ਼ ਕਰਦੇ ਨੇ, ਕਹਿੰਦੇ ਨੇ ਘਰ ਆਇੜੇ ਸਾਜਨਾ। ਪਹਿਲੇ ਬੰਦ ਵਿੱਚ ਆਖਿਆ ਸੀ ਆਪਣੇ ਅੰਦਰ ਦੀ ਇੱਛਾ, ਆਪਣੇ ਅੰਦਰ ਦੀ ਉਹ ਤਾਂਘ ਜ਼ਾਹਰ ਕੀਤੀ ਸੀ। ਦੂਸਰੇ ਬੰਦ ਵਿੱਚ ਜ਼ਿਕਰ ਕਰਦੇ ਹਨ, ਕਹਿੰਦੇ ਹਨ ਘਰ ਆਇੜੇ ਸਾਜਨਾ। ਜੋ ਮੇਰਾ ਸੱਜਣ ਵਾਹਿਗੁਰੂ ਹੈ ਉਹ ਮੇਰੇ ਇਸ ਸਰੀਰ ਰੂਪੀ ਘਰ ਵਿੱਚ ਆ ਗਿਆ ਹੈ। ਤਾ ਧਨ ਖਰੀ ਸਰਸੀ। ਸਰਸੀ ਦਾ ਭਾਵ ਹੈ ਰਸ ਨਾਲ ਭਰ ਗਈ। ਇਹ ਦੋ ਸ਼ਬਦ ਨੇ ਬਾਣੀ 'ਚ, ਇੱਕ ਹੈ ਸਰਸੇ, ਇੱਕ ਹੈ ਸਰਸਾ, ਇੱਕ ਹੈ ਸਰਸੀ। ਅਸਲ ਸ਼ਬਦ ਹੈ ਰਸ। ਰਸ ਦੇ ਅੱਗੇ ਸੱਸਾ ਅਗੇਤਰ ਲਾ ਕੇ ਸਤਿਗੁਰ ਨੇ ਇਸ ਦੇ ਅਰਥਾਂ ਨੂੰ ਹੋਰ ਭਾਵਪੂਰਤ ਕੀਤਾ ਹੈ। ਕਈ ਵਾਰ ਸ਼ਬਦਾਂ ਦੇ ਜੋੜ ਦਾ ਨਾ ਗਿਆਨ ਹੋਣ ਕਰਕੇ ਅਸੀਂ ਇਹਨਾਂ ਸ਼ਬਦਾਂ ਦੇ ਉਚਾਰਨ ਨੂੰ ਕਰਨ ਵਿੱਚ ਭੁਲੇਖਾ ਖਾ ਜਾਂਦੇ ਹਾਂ। ਜਿਵੇਂ ਅਸੀਂ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਉਹਦੇ 'ਚ ਇਹ ਸ਼ਬਦ ਆਉਂਦਾ ਹੈ ਸੰਤ ਸਾਜਨ ਭਏ ਸਰਸੇ, ਨਾ ਕਿ ਸਰਸੇ। ਸਰਸੇ ਸ਼ਬਦ ਨਹੀਂ ਹੈ, ਅਸਲ 'ਚ ਹੈ ਸਰਸੇ, ਭਾਵ ਅਸਲ ਸ਼ਬਦ ਹੈ ਰਸ। ਜਦੋਂ ਰਸ ਨੂੰ ਇਉਂ ਦੱਸਣਾ ਹੋਵੇ ਕਿ ਰਸ ਨਾਲ ਲਪਾ-ਲਪ ਕੋਈ ਚੀਜ਼ ਭਰੀ ਹੋਈ ਹੈ, ਸਤਿਗੁਰ ਦੀ ਉਹਦੇ ਅੱਗੇ ਸੱਸਾ ਲਗਾ ਦਿੰਦੇ ਨੇ, ਉਸ ਨੂੰ ਕਹਿੰਦੇ ਨੇ ਸਰਸੇ। ਤੇ ਸਰਸੇ ਤੋਂ ਹੀ ਇੱਕ ਸ਼ਬਦ ਬਣਿਆ ਹੈ ਸਰਸੜੇ। ਬਾਣੀ ਵਿੱਚ ਸਰਸੜੇ ਵੀ ਆਉਂਦਾ ਹੈ। ਤੋ ਇਹਦਾ ਭਾਵ ਇਹ ਬਣਦਾ ਹੈ ਜਿਹੜੇ ਰਸ ਨਾਲ ਭਰੇ ਨੇ, ਭਾਵ ਰਸ ਨਾਲ ਪਰਿਪੂਰਨ ਨੇ, ਪੂਰਨ ਤੌਰ ਤੇ ਰਸ ਨਾਲ ਭਰ ਗਏ ਨੇ। ਤਾਂ ਗੁਰਦੇਵ ਜ਼ਿਕਰ ਕਰਦੇ, ਕਹਿੰਦੇ ਜਦੋਂ ਪਰਮੇਸ਼ਰ ਰੂਪੀ ਸੱਜਣ ਇਸ ਸਰੀਰ ਰੂਪੀ ਘਰ 'ਚ ਆ ਗਿਆ ਹੈ ਤਾਂ ਜਿਹੜੀ ਇਸਤਰੀ ਹੈ, ਭਾਵ ਜੀਵ ਇਸਤਰੀ ਹੈ, ਤਾਸ ਧਨ ਖਰੀ ਸਰਸੀ ਰਾਮ, ਆਤਮਾ ਬੰਦੇ ਦੀ ਰਸ ਦੇ ਨਾਲ ਭਰ ਗਈ ਹੈ। ਹੁਣ ਇੱਥੇ ਦੋ ਗੱਲਾਂ ਬਾਣੀ ਵਿੱਚੋਂ ਬੜੀਆਂ ਸਮਝਣ ਵਾਲੀਆਂ ਨੇ। ਮੈਂ ਉਹਨਾਂ ਦਾ ਗਾਹੇ ਬਗਾਹੇ ਕਈ ਵਾਰ ਜ਼ਿਕਰ ਕਰਦਾ ਰਹਿੰਦਾ ਹਾਂ। ਸਤਿਗੁਰ ਨੇ ਅੱਜ ਜ਼ਿਕਰ ਕੀਤਾ ਕਿ ਵਾਹਿਗੁਰੂ ਇਸ ਸਰੀਰ ਰੂਪੀ ਘਰ 'ਚ ਆ ਗਿਆ। ਇੱਕ ਵਿਚਾਰ ਇਹ ਹੈ। ਦੂਜੀ ਵਿਚਾਰ ਇਹ ਹੈ ਕਿ ਜਦੋਂ ਉਹ ਆ ਗਿਆ ਤਾਂ ਇਹ ਆਤਮਾ ਰੂਪੀ ਜੀਵ ਇਸਤਰੀ ਰਸ ਦੇ ਨਾਲ ਭਰ ਗਈ ਹੈ। ਪਹਿਲਾਂ ਆਪਾਂ ਬਾਣੀ ਵਿੱਚੋਂ ਇਹ ਸਮਝਾਂਗੇ ਕਿ ਜਿਸ ਵਾਹਿਗੁਰੂ ਦਾ ਇਸ ਘਰ ਵਿੱਚ ਆਉਣ ਦਾ ਜ਼ਿਕਰ ਆ ਰਿਹਾ ਹੈ ਕਿ ਉਹ ਇਸ ਸਰੀਰ ਰੂਪੀ ਘਰ ਤੋਂ ਕਿਤੇ ਬਾਹਰ ਸੀਗਾ। ਬਾਣੀ 'ਚ ਤਾਂ ਇਸ ਗੱਲ ਦਾ ਵਾਰ-ਵਾਰ ਜ਼ਿਕਰ ਆਉਂਦਾ ਹੈ ਕਿ ਉਹ ਸਰੀਰ ਦੇ ਅੰਦਰ ਹੀ ਹੈ, ਸਰੀਰ ਤੋਂ ਬਾਹਰ ਕਿਤੇ ਨਹੀਂ ਹੈ। ਜੇ ਉਹ ਸਰੀਰ ਤੋਂ ਬਾਹਰ ਨਹੀਂ ਹੈ ਫਿਰ ਉਹ ਸਰੀਰ ਦੇ ਵਿੱਚ ਆਇਆ ਕਿੱਥੋਂ? ਜਿਸ ਨੂੰ ਖੁਦ ਬਾਣੀ ਇਹ ਕਹਿੰਦੀ ਹੈ ਕਿ ਉਹ ਸਰੀਰ ਦੇ ਵਿੱਚ ਹੀ ਹੈ, ਫਿਰ ਇਹ ਵਿਚਾਰ ਸਤਿਗੁਰੂ ਜੀ ਕਿਉਂ ਵਾਰ-ਵਾਰ ਲਿਖਦੇ ਨੇ ਬਾਣੀ ਦੇ ਵਿੱਚ ਕਿ ਉਹ ਬਾਹਰੋਂ ਆ ਕੇ ਕਿਤੇ ਪ੍ਰਵੇਸ਼ ਕਰ ਗਿਆ? ਇਸ ਨੁਕਤੇ ਨੂੰ ਸਮਝਣ ਦੀ ਬੜੀ ਲੋੜ ਹੈ। ਬਾਣੀ ਇਸ ਗੱਲ ਤੋਂ ਮੁਨਕਰ ਨਹੀਂ ਕਿ ਵਾਹਿਗੁਰੂ ਸਾਡੇ ਅੰਦਰ ਨਹੀਂ, ਉਹ ਪਰਿਪੂਰਨ ਪ੍ਰਮਾਤਮਾ ਸਾਡੇ ਵਿੱਚ ਨਹੀਂ, ਇਸ ਗੱਲ ਤੋਂ ਮੁਨਕਰ ਨਹੀਂ। ਪਰ ਹਾਂ ਸਤਿਗੁਰੂ ਜੀ ਇਹ ਗੱਲ ਜ਼ਰੂਰ ਕਹਿੰਦੇ ਨੇ ਜੋ ਅੰਦਰ ਹੈ ਉਸ ਦਾ ਅਹਿਸਾਸ ਤੈਨੂੰ ਤਾਂ ਹੀ ਹੋ ਸਕਦਾ ਹੈ ਜਿਸ ਕੁੱਲ ਕਾਇਨਾਤ ਦੇ ਵਿੱਚੋਂ ਉਸ ਵਾਹਿਗੁਰੂ ਦੇ ਕੁਝ ਗੁਣਾਂ ਨੂੰ ਤੂੰ ਆਪਣੇ ਅੰਦਰ ਲੈ ਲੈ। ਬਸ ਆਹ ਜਿਹੜੀ ਗੱਲ ਹੈ ਸਤਿਗੁਰੂ ਜੀ ਸਾਡੇ ਪੱਲੇ ਪਾਉਣੇ ਚਾਹੁੰਦੇ ਹਨ। ਇਸ ਗੱਲ ਤੋਂ ਕਦਾਚਿਤ ਵੀ ਸਤਿਗੁਰੂ ਜੀ ਮੁਕਰਦੇ ਨਹੀਂ ਕਿ ਉਹ ਸਾਡੇ ਅੰਦਰ ਨਹੀਂ, ਪਰ ਇੱਕ ਇਹ ਗੱਲ ਸਾਡੀ ਸੁਰਤ ਵਿੱਚ ਟਿਕਾਉਣਾ ਚਾਹੁੰਦੇ ਹਨ ਕਿ ਜੋ ਕੁੱਲ ਕਾਇਨਾਤ ਹੈ ਇਹਦੇ ਵਿੱਚ ਕੁਝ ਵਾਹਿਗੁਰੂ ਦੇ ਗੁਣਾਂ ਨੂੰ ਜਦੋਂ ਅਸੀਂ ਆਪਣੇ ਅੰਦਰ ਟਿਕਾਉਨੇ, ਆਪਣੇ ਅੰਦਰ ਲੈ ਕੇ ਜਾਂਦੇ ਹਾਂ ਤਾਂ ਜੋ ਅੰਦਰ ਬੈਠਾ ਹੈ ਉਹਦਾ ਅਹਿਸਾਸ ਸਾਨੂੰ ਹੁੰਦਾ ਹੈ। ਇਸੇ ਕਰਕੇ ਵਾਰ-ਵਾਰ ਸਤਿਗੁਰੂ ਦੀ ਬਾਣੀ ਦੇ ਅੰਦਰ ਗੁਣਾਂ ਨੂੰ ਕਮਾਉਣ ਦਾ, ਗੁਣਾਂ ਨੂੰ ਇਕੱਠੇ ਕਰਨ ਦਾ, ਗੁਣਾਂ ਦਾ ਸੰਗ੍ਰਹਿਣ ਕਰਨ ਦਾ ਜ਼ਿਕਰ ਵਾਰ-ਵਾਰ ਆਏਗਾ।
ਵਾਰ-ਵਾਰ ਇਹ ਜ਼ਿਕਰ ਆਏਗਾ ਕਿ ਉਹਦੇ ਗੁਣਾਂ ਨੂੰ ਗਾ, ਉਹਦੇ ਗੁਣਾਂ ਦਾ ਗਾਇਨ ਕਰ। ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ, ਜਿੱਥੇ ਉਹਨਾਂ ਨੇ ਜ਼ਿਕਰ ਕੀਤਾ, ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਅਕਾਰਥ ਦਾ ਭਾਵ ਹੈ ਵਿਅਰਥ, ਜੋ ਕਿਸੇ ਅਰਥ ਨਹੀਂ ਲੱਗਾ, ਜੋ ਕਿਸੇ ਮਕਸਦ ਲਈ ਵਰਤਿਆ ਨਹੀਂ ਗਿਆ। ਸਤਿਗੁਰੂ ਜੀ ਕਹਿੰਦੇ ਗੋਬਿੰਦ ਦੇ ਗੁਣਾਂ ਤੋਂ ਬਿਨਾਂ ਇਹ ਸਰੀਰ ਵਿਅਰਥ ਹੈ, ਨਾ ਕਾਮਯਾਬ ਹੈ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਕਹੋ ਨਾਨਕ ਹਰ ਭਜ ਮਨਾ, ਜਿਹ ਬਿਦ ਜਲ ਕੋ ਮੀਨ। ਜਿਵੇਂ ਮੱਛੀ ਪਾਣੀ ਦੇ ਗੁਣ ਨੂੰ ਜਾਣਦੀ ਹੈ, ਇਵੇਂ ਤੂੰ ਵਾਹਿਗੁਰੂ ਦੇ ਗੁਣਾਂ ਨੂੰ ਜਾਣ। ਸੋ ਸਤਿਗੁਰੂ ਜੀ ਜਿਸ ਵਿਚਾਰ ਤੇ ਅਸੀਂ ਵਿਚਾਰ ਕਰ ਰਹੇ ਹਾਂ, ਅੱਜ ਦੇ ਬਚਨ ਅੰਦਰ ਇਹ ਜ਼ਿਕਰ ਆਇਆ ਕਿ ਵਾਹਿਗੁਰੂ ਸਾਡੇ ਇਸ ਸਰੀਰ ਅੰਦਰ ਪ੍ਰਵੇਸ਼ ਕਰ ਗਿਆ। ਕਿ ਉਹ ਅੰਦਰ ਨਹੀਂ ਸੀ, ਅੰਦਰ ਸੀ, ਪਰ ਉਹਦੇ ਕੁਝ ਗੁਣ ਸਾਡੇ ਕੋਲ ਨਹੀਂ ਸਨ, ਜਿਨ੍ਹਾਂ ਗੁਣਾਂ ਨੂੰ ਮਹਿਸੂਸ ਕੀਤੇ ਤੋਂ ਬਿਨਾਂ ਅਸੀਂ ਅੰਦਰ ਬੈਠੇ ਵਾਹਿਗੁਰੂ ਨੂੰ ਮਹਿਸੂਸ ਨਹੀਂ ਕਰ ਸਕਦੇ। ਬਾਣੀ ਇਹ ਕਹਿੰਦੀ ਹੈ, ਗੁਰਦੇਵ ਇਹ ਕਹਿੰਦੇ ਹਨ ਕਿ ਜਿੰਨੀ ਦੇਰ ਤੱਕ ਇਸ ਕਾਇਨਾਤ ਦਾ ਦਇਆ ਰੂਪੀ ਗੁਣ ਤੇਰੇ ਅੰਦਰ ਪ੍ਰਵੇਸ਼ ਨਹੀਂ ਕਰੇਗਾ, ਤੈਨੂੰ ਮਹਿਸੂਸ ਨਹੀਂ ਹੋਏਗਾ ਕਿ ਉਹ ਤੇਰੇ ਅੰਦਰ ਬੈਠਾ ਹੈ। ਜਿੰਨੀ ਦੇਰ ਤੱਕ ਇਸ ਕਾਇਨਾਤ ਦਾ ਸੰਤੋਖ ਰੂਪੀ ਗੁਣ ਤੇਰੇ ਅੰਦਰ ਪ੍ਰਵੇਸ਼ ਨਹੀਂ ਕਰੇਗਾ, ਤੈਨੂੰ ਨਹੀਂ ਮਹਿਸੂਸ ਹੋਏਗਾ ਕਿ ਉਹ ਤੇਰੇ ਅੰਦਰ ਬੈਠਾ ਹੈ। ਬਸ ਆਹ ਨੁਕਤਾ ਸਾਡੀ ਝੋਲੀ ਚ ਪਾਉਂਦੇ ਨੇ। ਇਸੇ ਕਰਕੇ ਕਹਿੰਦੇ ਨੇ, ਘਰ ਆਇੜੇ ਸਾਜਨਾ। ਪਰਮੇਸ਼ਰ ਗੁਣ ਰੂਪ ਹੋ ਕੇ ਮੇਰੇ ਇਸ ਸਰੀਰ ਰੂਪੀ ਘਰ ਵਿੱਚ ਆ ਗਿਆ। ਜਦੋਂ ਆ ਗਿਆ ਤੇ ਫਿਰ ਕੀ ਹੋਇਆ? ਤਾਂ ਧਨ ਖਰੀ ਸਰਸੀ ਰਾਮ। ਤੇ ਜਿਹੜੀ ਮੇਰੀ ਆਤਮਾ ਸੀ, ਜੋ ਪਹਿਲਾਂ ਕਲਪਦੀ ਸੀ, ਜੋ ਪਹਿਲਾਂ ਬਹੁਤ ਜ਼ਿਆਦਾ ਕਲਪਦੀ ਸੀ, ਹੁਣ ਉਹ ਕਲਪਦੀ ਨਹੀਂ, ਉਹ ਰਸ ਨਾਲ ਭਰ ਗਈ ਹੈ। ਉਹਦੇ ਅੰਦਰ ਇੱਕ ਖਾਸ ਰਸ ਪੈਦਾ ਹੋਇਆ ਹੈ। ਬਾਣੀ ਵਿੱਚ ਜ਼ਿਕਰ ਹੈ, ਜਿਸ ਰਸ ਦਾ ਜ਼ਿਕਰ ਸਤਿਗੁਰੂ ਜੀ ਇੱਥੇ ਕਰ ਰਹੇ ਨੇ ਨਾ, ਕਿ ਜਦੋਂ ਵਾਹਿਗੁਰੂ ਗੁਣ ਰੂਪ ਹੋ ਕੇ ਸਾਡੇ ਸਰੀਰ ਅੰਦਰ ਪ੍ਰਵੇਸ਼ ਕਰਦਾ ਹੈ ਤਾਂ ਆਤਮਾ ਰਸ ਨਾਲ ਭਰ ਜਾਂਦੀ ਹੈ। ਉਹ ਜਿਸ ਰਸ ਦਾ ਜ਼ਿਕਰ ਕਰ ਰਹੇ ਨੇ, ਉਸ ਰਸ ਨੂੰ ਕਥਨ ਕਰਨਾ ਬੜਾ ਔਖਾ ਹੈ। ਬਾਣੀ ਦੇ ਵਿੱਚ ਉਸ ਦਾ ਜ਼ਿਕਰ ਬਹੁਤ ਥਾਵਾਂ ਤੇ ਹੈ। ਇੱਕ ਬਚਨ ਆਉਂਦਾ ਸਤਿਗੁਰ ਦਾ, ਜਿੱਥੇ ਸਤਿਗੁਰੂ ਜੀ ਕਹਿੰਦੇ ਨੇ, ਰਾਮ ਰਸ ਪੀਆ ਰੇ, ਰਾਮ ਰਸ ਪੀਆ ਰੇ, ਜਿਹ ਰਸ ਬਿਸਰ ਗਏ ਰਸ ਔਰ। ਕਹਿੰਦੇ ਜਦੋਂ ਮੈਂ ਪਰਮੇਸ਼ਰ ਦੇ ਗੁਣਾਂ ਦਾ, ਨਾਮ ਦਾ ਰਸ ਪੀਤਾ, ਤੇ ਇਹ ਰਸ ਦੇ ਅੱਗੇ ਬਾਕੀ ਜਿੰਨੇ ਰਸ ਸੀਗੇ ਉਹ ਮੈਨੂੰ ਫਿੱਕੇ ਜਾਪਣ ਲੱਗੇ, ਉਹ ਮੈਨੂੰ ਹਲਕੇ ਜਾਪਣ ਲੱਗੇ, ਉਹ ਮੈਨੂੰ ਬੇਸਵਾਦਲੇ ਜਾਪਣ ਲੱਗੇ। ਹਾਲਾਂਕਿ ਬਾਣੀ 'ਚ ਕਈ ਤਰ੍ਹਾਂ ਦੇ ਰਸਾਂ ਦਾ ਜ਼ਿਕਰ ਹੈ, ਮੈਂ ਉਹ ਵੀ ਤੁਹਾਡੇ ਸਾਹਮਣੇ ਰੱਖ ਦਵਾਂ। ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ, ਰਸ ਮਾਸ। ਇਹ ਸਾਰੇ ਰਸ ਨੇ। ਇਹਨਾਂ ਵਿੱਚੋਂ ਕਿਸੇ ਨਾ ਕਿਸੇ ਤਰ੍ਹਾਂ ਦਾ ਇੱਕ ਆਨੰਦ, ਆਨੰਦ ਦਾ ਇੱਕ ਝੋਲਾ ਬੰਦੇ ਨੂੰ ਆਉਂਦਾ ਹੈ। ਉਹਦੇ ਕੋਲ ਸੋਨਾ ਆਵੇ ਤਾਂ ਉਹਦਾ ਇੱਕ ਆਨੰਦ ਬੰਦੇ ਨੂੰ ਆਉਂਦਾ ਹੈ। ਇਹ ਸਾਰੇ ਰਸ ਨੇ। ਇਹਨਾਂ ਰਸਾਂ ਦੇ ਮਿਲਾਪ ਤੋਂ ਬੰਦੇ ਦੇ ਜ਼ਿੰਦਗੀ ਦੇ ਅੰਦਰ ਇੱਕ ਖਾਸ ਝਲਕਾਰ ਪੈਦਾ ਹੁੰਦੀ ਹੈ ਜਦੋਂ ਉਹਦੇ ਕੋਲ ਇਹ ਚੀਜ਼ਾਂ ਹੁੰਦੀਆਂ ਨੇ। ਦੁਬਾਰਾ ਫਿਰ ਗਿਣ ਦਵਾਂ, ਰਸ ਸੋਇਨਾ, ਰਸ ਰੂਪਾ, ਰੂਪਾ ਕਹਿੰਦੇ ਨੇ ਚਾਂਦੀ ਨੂੰ, ਰਸ ਸੋਇਨਾ, ਰਸ ਰੂਪਾ ਕਾਮਣ, ਕਾਮਣ ਦਾ ਭਾਵ ਹੈ ਔਰਤ, ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਪਰਮਲ ਕਹਿੰਦੇ ਨੇ ਸੁਗੰਧੀਆਂ ਨੂੰ, ਖੁਸ਼ਬੂਦਾਰ ਪਦਾਰਥਾਂ ਨੂੰ, ਰਸ ਪਰਮਲ ਕੀ ਵਾਸ, ਰਸ ਘੋੜੇ, ਘੋੜੇ ਦਾ ਭਾਵ ਹੈ ਸਵਾਰੀ, ਜਿਨ੍ਹਾਂ ਤੇ ਸਵਾਰੀ ਕੀਤੀ ਜਾਂਦੀ ਹੈ, ਜੋ ਸਾਧਨ ਨੇ ਸਵਾਰੀ ਕਰਨ ਦੇ, ਰਸ ਘੋੜੇ, ਰਸ ਸੇਜਾ, ਸੇਜਾ ਦਾ ਭਾਵ ਹੁੰਦਾ ਹੈ ਸੌਣ ਦੇ ਬਿਸਤਰ। ਸਤਿਗੁਰੂ ਨੇ ਸੌਣ ਦੇ ਬਿਸਤਰ ਨੂੰ ਵੀ ਇੱਕ ਰਸ ਆਖਿਆ। ਰਸ ਸੇਜਾ ਮੰਦਰ, ਮੰਦਰ ਦਾ ਭਾਵ ਹੈ ਘਰ ਜਿਸ ਵਿੱਚ ਅਸੀਂ ਰਹਿੰਦੇ ਹਾਂ, ਘਰ ਨੂੰ ਵੀ ਇੱਕ ਰਸ ਆਖਿਆ। ਰਸ ਸੇਜਾ ਮੰਦਰ,
ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ। ਮਿੱਠਾ ਭਾਵ ਖਾਣ ਦਾ ਇੱਕ ਪਦਾਰਥ ਜਿਸ ਦੇ ਅੰਦਰੋਂ ਮਿਠਾਸ ਜ਼ਬਾਨ ਨੂੰ ਲੱਗੇ। ਕੋਈ ਵੀ ਉਹ ਪਦਾਰਥ ਜਿਹਦੇ ਅੰਦਰੋਂ ਜ਼ਬਾਨ ਨੂੰ ਮਿਠਾਸ ਪ੍ਰਾਪਤ ਹੋਵੇ, ਸਤਿਗੁਰੂ ਨੇ ਉਹਨੂੰ ਵੀ ਇੱਕ ਰਸ ਮੰਨਿਆ। ਰਸ ਮੀਠਾ, ਰਸ ਮਾਸ, ਮਾਸ ਨੂੰ ਵੀ ਇੱਕ ਰਸ ਮੰਨਿਆ। ਤੋ ਗੁਰਦੇਵ ਕਹਿੰਦੇ ਇਹ ਭਾਂਤ ਭਾਂਤ ਦੇ ਰਸ ਨੇ। ਜਦੋਂ ਬੰਦੇ ਕੋਲ ਇਹ ਆਉਂਦੇ ਨੇ ਤੇ ਬੰਦੇ ਨੂੰ ਇੱਕ ਸਮੇਂ ਲਈ ਇਹ ਇੱਕ ਝਲਕਾਰਾ ਦਿੰਦੇ ਨੇ, ਆਨੰਦ ਦਿੰਦੇ ਨੇ, ਪਰ ਉਹ ਆਨੰਦ ਇੱਕ ਲਿਮਟ ਤੱਕ ਹੁੰਦਾ ਹੈ। ਉਸ ਲਿਮਟ ਤੋਂ ਬਾਅਦ ਸਤਿਗੁਰੂ ਜੀ ਕਹਿੰਦੇ ਉਹ ਰਸ ਖਤਮ ਹੋ ਜਾਂਦਾ ਹੈ, ਫਿਰ ਉਸ ਨੂੰ ਦੁਬਾਰਾ ਕਿਸੇ ਹੋਰ ਰਸ ਦੀ ਲੋੜ ਪੈ ਜਾਂਦੀ ਹੈ। ਤੋ ਇਸ ਕਰਕੇ ਸਤਿਗੁਰੂ ਜੀ ਨੇ ਇਹਨਾਂ ਰਸਾਂ ਦੇ ਸਾਹਮਣੇ ਨਾਮ ਰਸ ਨੂੰ ਰੱਖਿਆ, ਤੇ ਨਾਮ ਰਸ ਜਿਹਨੂੰ ਮਿਲ ਜਾਏ, ਗੁਰਦੇਵ ਕਹਿੰਦੇ ਉਸ ਨੂੰ ਬਾਕੀ ਰਸਾਂ ਦੀ ਲੋੜ ਨਹੀਂ ਰਹਿੰਦੀ, ਬਾਕੀ ਰਸ ਉਹਨੂੰ ਛੂਛੇ ਜਾਪਣ ਲੱਗ ਪੈਂਦੇ ਨੇ। ਇਸੇ ਕਰਕੇ ਆਖਿਆ ਰਾਮ ਰਸ ਪੀਆ ਰੇ, ਜਿਹੇ ਰਸ ਬਿਸਰ ਗਏ ਰਸ ਔਰ। ਇਸ ਨਾਮ ਦੇ ਰਸ ਨੇ, ਗੁਣਾਂ ਦੇ ਰਸ ਨੇ, ਬਾਕੀ ਰਸ ਜਿਹੜੇ ਹਨ ਉਹ ਵਿਛੋੜ ਦਿੱਤੇ। ਮੈਂ ਇਤਿਹਾਸ ਵਿੱਚੋਂ ਕੁਝ ਦ੍ਰਿਸ਼ਟਾਂਤ ਤੁਹਾਡੇ ਸਾਹਮਣੇ ਰੱਖਣ ਲੱਗਾ। ਜਿਹੜੇ ਰਸ ਮੈਂ ਤੁਹਾਡੇ ਸਾਹਮਣੇ ਗਿਣੇ ਨੇ, ਇਹ ਉਹ ਰਸ ਨੇ ਜਿਨ੍ਹਾਂ ਦਾ ਲਾਲਚ ਬੰਦੇ ਨੂੰ ਦਿੱਤਾ ਜਾਂਦਾ ਹੈ। ਜਦੋਂ ਕਿਸੇ ਬੰਦੇ ਨੂੰ ਕਿਸੇ ਖਾਸ ਅਕੀਦੇ ਤੋਂ ਭਟਕਾਉਣਾ ਹੋਵੇ ਤਾਂ ਸਾਹਮਣੇ ਵਾਲਾ ਉਹਨੂੰ ਹੋਰ ਕੋਈ ਲਾਲਚ ਨਹੀਂ ਦਿੰਦਾ। ਇਹ ਜੋ ਰਸ ਗਿਣੇ ਨੇ ਨਾ ਗੁਰੂ ਮਹਾਰਾਜ ਨੇ, ਇਹਨਾਂ ਦਾ ਹੀ ਲਾਲਚ ਦਿੱਤਾ ਜਾਂਦਾ ਹੈ। ਜਾਂ ਉਹ ਸੋਨੇ ਦਾ ਲਾਲਚ ਦੇਗਾ, ਜਾਂ ਚਾਂਦੀ ਦਾ ਲਾਲਚ ਦੇਗਾ, ਜਾਂ ਔਰਤ ਦਾ ਲਾਲਚ ਦੇਗਾ, ਜਾਂ ਸਵਾਰੀਆਂ ਦਾ ਲਾਲਚ ਦੇਗਾ, ਜਾਂ ਸੁਗੰਧੀਆਂ ਦਾ ਲਾਲਚ ਦੇਗਾ, ਜਾਂ ਉਹ ਘਰ ਦੇ ਵਧੀਆ ਘਰ ਦਾ ਲਾਲਚ ਦੇਗਾ, ਜਾਂ ਉਹ ਉਸ ਨੂੰ ਖਾਣ ਪੀਣ ਦੇ ਵਧੀਆ ਪਦਾਰਥਾਂ ਦਾ ਲਾਲਚ ਦੇਗਾ, ਜਾਂ ਉਹ ਉਸ ਨੂੰ ਮਾਸ ਦਾ ਲਾਲਚ ਦੇਗਾ। ਇਹ ਵੀ ਖਾਣ ਪੀਣ 'ਚ ਆ ਜਾਂਦਾ ਹੈ। ਲਾਲਚ ਇਹਨਾਂ ਰਸਾਂ ਦਾ ਦਿੱਤਾ ਜਾਂਦਾ ਹੈ। ਜਦੋਂ ਅਸੀਂ ਇਤਿਹਾਸ 'ਚ ਪੜ੍ਹ ਕੇ ਵੇਖਦੇ ਹਾਂ, ਜਿੰਨੇ ਵੀ ਸਾਡੇ ਸ਼ਹੀਦ ਮੁਰੀਦ ਹੋਏ ਨੇ, ਉਹਨਾਂ ਦੇ ਸਾਹਮਣੇ 9 ਚੀਜ਼ਾਂ ਰੱਖੀਆਂ ਗਈਆਂ। ਇਹ 9 ਰਸ ਉਹਨਾਂ ਦੇ ਸਾਹਮਣੇ ਪੇਸ਼ ਕੀਤੇ ਗਏ, ਪਰ ਉਹਨਾਂ ਨੇ ਇਹਨਾਂ 9 ਤਰ੍ਹਾਂ ਦੇ ਰਸਾਂ ਨੂੰ ਠੋਕਰ ਮਾਰ ਦਿੱਤੀ, ਜੁੱਤੀ ਦੀ ਨੋਕ ਦੇ ਨਾਲ ਠੁਕਰਾ ਦਿੱਤਾ। ਅਸੀਂ ਕੱਲ੍ਹ ਦੇ ਦਿਨ ਸਾਡੇ ਇਤਿਹਾਸ ਵਿੱਚ ਭਾਈ ਸ਼ੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਜੀ ਦੀ ਮਹਾਨ ਸ਼ਹਾਦਤ ਨੂੰ ਚੇਤੇ ਕੀਤਾ ਗਿਆ। ਇਹ ਪਿਓ ਤੇ ਪੁੱਤਰ ਜਿਨ੍ਹਾਂ ਦਾ ਜ਼ਿਕਰ ਹਰ ਇੱਕ ਗੁਰਦੁਆਰਾ ਸਾਹਿਬ 'ਚ ਹੁੰਦੀ ਅਰਦਾਸ ਵਿੱਚ ਕੀਤਾ ਗਿਆ ਕਿ ਚਰਖੀਆਂ ਤੇ ਚਾੜ ਕੇ ਸ਼ਹੀਦ ਕੀਤੇ ਗਏ। ਇਹ ਪਿਓ ਤੇ ਪੁੱਤਰ ਦਾ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਤੇ ਸਾਨੂੰ ਇਹਨਾਂ ਰਸਾਂ ਦੀ ਸਮਝ ਆ ਜਾਏਗੀ। ਇੱਕ ਬਾਪ ਦੇ ਸਾਹਮਣੇ ਇੱਕ ਪੁੱਤ ਤੋਂ ਵੱਧ ਕੇ ਤਾਂ ਕੋਈ ਚੀਜ਼ ਨਹੀਂ ਨਾ ਹੋ ਸਕਦੀ, ਜੋ ਉਹਦੀ ਆਖਰੀ ਉਮੀਦ ਹੁੰਦਾ ਤੇ ਹੋਵੇ ਵੀ ਇਕੱਲਾ ਤੇ ਇਕੱਲਾ, ਇੱਕ ਲੋਤਾ ਹੋਵੇ। ਤੁਸੀਂ ਵੇਖੋ ਉਸ ਬਾਪ ਦੇ ਸਾਹਮਣੇ ਕਿੰਨਾ ਕੁਝ ਉਹਨਾਂ ਜ਼ਾਲਮਾਂ ਨੇ ਰੱਖਿਆ। ਭਾਈ ਸ਼ੁਬੇਗ ਸਿੰਘ, ਭਾਈ ਸ਼ਾਹਬਾਜ਼ ਸਿੰਘ, ਇਹ ਸਾਡੇ ਇਤਿਹਾਸ ਦੇ ਉਹ ਚਮਕਦੇ ਹੋਏ ਸਿਤਾਰੇ ਨੇ, ਉਹ ਪਿਓ ਤੇ ਉਹ ਪੁੱਤਰ ਨੇ ਜੋ ਇੱਕ ਮਿਸਾਲ ਕਾਇਮ ਕਰ ਗਏ। ਦੋਵਾਂ ਨੂੰ ਅਲੱਗ-ਅਲੱਗ ਕਰਕੇ ਜਦੋਂ ਉਹਨਾਂ ਨੂੰ ਲਾਹੌਰ ਜੇਲ੍ਹ ਵਿੱਚ ਕੈਦ ਕੀਤਾ ਗਿਆ, ਦੋਵਾਂ ਨੂੰ ਅਲੱਗ-ਅਲੱਗ ਕਰਕੇ ਇਹ 9 ਤਰ੍ਹਾਂ ਦੇ ਰਸ ਉਹਨਾਂ ਦੇ ਸਾਹਮਣੇ ਰੱਖੇ ਗਏ। ਬਾਪ ਨੂੰ ਕੁਝ ਕਿਹਾ ਗਿਆ, ਪੁੱਤ ਨੂੰ ਕੁਝ ਕਿਹਾ ਗਿਆ, ਪਰ ਇਹ ਦੋਵੇਂ ਸਿਦਕ ਦੇ ਇੰਨੇ ਪੱਕੇ ਰਹੇ ਕਿ ਦੋਵੇਂ ਸੂਈ ਦੇ ਨੱਕੇ ਜਿੰਨੇ ਵੀ ਆਪਣੇ ਸਿਦਕ ਤੋਂ ਡੋਲੇ ਨਹੀਂ। ਆਖੀਰ ਹਾਰ ਕੇ ਇਹਨਾਂ ਦੇ ਸਿਦਕ ਨੂੰ ਡਲਾਉਣ ਵਾਸਤੇ ਚਰਖੜੀਆਂ ਲਿਆਂਦੀਆਂ ਗਈਆਂ, ਤੇ ਜਦੋਂ ਚਰਖੜੀਆਂ ਤੇ ਚਾੜ ਕੇ ਸ਼ਹੀਦ ਕੀਤਾ ਜਾਣਾ ਸੀ, ਇੱਕ ਪਾਸੇ ਪਿਓ ਹੈ, ਇੱਕ ਪਾਸੇ ਪੁੱਤਰ ਹੈ। ਉਸ ਵਕਤ ਬਹੁਤ ਸਾਰੇ ਉੱਥੇ ਸਿੱਖਾਂ ਨੂੰ ਵੀ ਇਕੱਠਾ ਕੀਤਾ ਗਿਆ। ਯਾਦ ਰੱਖਿਓ, ਉਸ ਵਕਤ ਖਾਸ ਕਰਕੇ 2 ਤਰ੍ਹਾਂ ਦੇ ਸਿੱਖ ਹੋਇਆ ਕਰਦੇ ਸਨ। ਇੱਕ ਉਹ ਸਨ ਜਿਹੜੇ ਹਕੂਮਤ ਨਾਲ ਮਿਲ ਕੇ ਚੱਲਦੇ ਸਨ, ਪਰ ਸਿੱਖੀ ਦੇ ਸਿਧਾਂਤਾਂ ਨੂੰ ਛੱਡਦੇ ਨਹੀਂ ਸਨ। ਇੱਕ ਉਹ ਸਨ ਜਿਹੜੇ ਹਕੂਮਤ ਦੇ ਨਾਲ ਮਿਲ ਕੇ ਨਹੀਂ ਸਨ ਚੱਲਦੇ, ਉਹ ਹਮੇਸ਼ਾ ਹਕੂਮਤ ਦੀ ਹਰ ਇੱਕ ਚੀਜ਼ ਦਾ ਵਿਰੋਧ ਕਰਦੇ ਸਨ।
ਭਾਈ ਸ਼ੁਬੇਗ ਸਿੰਘ, ਭਾਈ ਸ਼ਹਬਾਜ਼ ਸਿੰਘ ਉਹ ਸਨ ਜੋ ਹਕੂਮਤ ਦੇ ਨਾਲ ਮਿਲ ਕੇ ਵੀ ਚੱਲਦੇ ਸਨ, ਭਾਵ ਨੌਕਰੀ ਵੀ ਹਕੂਮਤ ਦੀ ਕਰਦੇ ਸਨ, ਪਰ ਆਪਣੇ ਸਿੱਖੀ ਸਿਧਾਂਤਾਂ 'ਚ ਪਰਪੱਕ ਸਨ, ਗੁੱਝੇ ਹੋਏ ਸਨ, ਲੱਗੇ ਹੋਏ ਸਨ। ਜਦੋਂ ਦੋਵਾਂ ਨੂੰ ਚਰਖੜੀ ਤੇ ਚਾੜ ਕੇ ਸ਼ਹੀਦ ਕੀਤਾ ਜਾਣ ਲੱਗਾ, ਉਥੇ ਕੰਮ ਕਰਨ ਵਾਲੇ ਲਾਹੌਰ ਸ਼ਹਿਰ ਦੇ ਬਹੁਤ ਸਾਰੇ ਹੋਰ ਸਿੱਖ ਵੀ ਇਕੱਠੇ ਕੀਤੇ ਗਏ, ਇਹ ਦਿਖਾਉਣ ਵਾਸਤੇ ਕਿ ਵੇਖੋ, ਜੇ ਤੁਸੀਂ ਇਸ ਤਰ੍ਹਾਂ ਦੀ ਸੋਚ ਅਪਣਾਓਗੇ ਜੋ ਸ਼ੁਬੇਗ ਸਿੰਘ ਤੇ ਸ਼ਹਬਾਜ਼ ਸਿੰਘ ਨੇ ਅਪਣਾਈ ਹੈ, ਤਾਂ ਤੁਹਾਨੂੰ ਵੀ ਇਸ ਤੋਂ ਭੈੜੀਆਂ ਸਜ਼ਾਵਾਂ ਦਿੱਤੀਆਂ ਜਾਣਗੀਆਂ। ਤਾਂ ਕਹਿੰਦੇ ਹਨ ਵਿੱਚੋਂ ਕੁਝ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲਿਆਂ ਨੇ ਪਿਓ ਨੂੰ ਆਖਿਆ ਕਿ ਚੱਲ ਤੂੰ ਆਪ ਤੇ ਸ਼ਹੀਦ ਹੋਣਾ ਹੀ ਹੋਣਾ, ਕਮ ਸੇ ਕਮ ਆਪਣੇ ਪੁੱਤ ਦੀ ਜਾਨ ਤੇ ਬਚਾ ਜਾ, ਚੰਦ ਲਫ਼ਜ਼ ਐਸੇ ਕਹਿ ਜਾ ਕਿ ਤੇਰੇ ਪੁੱਤ ਦੀ ਜਾਨ ਵੱਜ ਜਾਏ। ਪਰ ਉਥੇ ਜੋ ਗੱਲਾਂ ਉਸ ਬਾਪ ਨੇ ਕਹੀਆਂ, ਉਹ ਅੱਜ ਵੀ ਸਾਡੇ ਇਤਿਹਾਸ ਵਿੱਚ, ਸਾਡੇ ਇਤਿਹਾਸਕ ਸਰੋਤਾਂ ਵਿੱਚ ਲਿਖੀਆਂ ਪਈਆਂ ਨੇ ਤੇ ਜੋ ਸਾਡੇ ਕੰਨਾਂ ਵਿੱਚ ਗੂੰਜਣੀਆਂ ਚਾਹੀਦੀਆਂ ਨੇ। ਉਥੇ ਉਹ ਪਿਤਾ ਆਖਦਾ ਹੈ, ਹਮ ਕਾਰਨ ਗੁਰਕੁਲੇ ਗਵਾਈ, ਹਮ ਕਾਰਨ ਗੁਰਕੁਲੇ ਗਵਾਈ। ਸਾਡੇ ਵਾਸਤੇ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਕੁੱਲ ਗਵਾ ਦਿੱਤੀ। ਕੁੱਲ ਗਵਾ ਦਿੱਤੀ ਦਾ ਮਤਲਬ ਇਹ ਹੈ ਕਿ ਉਹਨਾਂ ਨੇ ਆਪਣਾ ਸਾਰਾ ਪਰਿਵਾਰ ਕੁਰਬਾਨ ਕਰ ਦਿੱਤਾ। ਹਮ ਕੁੱਲ ਰੱਖੇ, ਅਸੀਂ ਕੁੱਲ ਰੱਖੀਏ, ਅਸੀਂ, ਮੈਂ ਆਪਣੇ ਇੱਕ ਲੋਤੇ ਪੁੱਤਰ ਨੂੰ ਬਚਾਵਾਂ, ਕੌਣ ਵਡਾਈ? ਇਹਦੇ ਵਿੱਚ ਕੀ ਵਡਿਆਈ ਹੋਏਗੀ? ਇਹਦੇ ਵਿੱਚ ਲੋਕ ਮੈਨੂੰ ਕੀ ਵਾਹ-ਵਾਹ ਕਹਿਣਗੇ ਕਿ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੈਸਾ ਸਿੱਖ ਸੀਗਾ ਜੋ ਸਿੱਖੀ ਸਿਧਾਂਤਾਂ ਨੂੰ ਨਾ ਪੜ੍ਹਦਾ ਹੋਇਆ ਆਪਣੇ ਪੁੱਤ ਦੀ ਖਾਤਰ ਗੋਡੇ ਟੇਕ ਗਿਆ ਤੇ ਚੰਦ ਰਸਾਂ ਦੀ ਖਾਤਰ ਅਗਲੇ ਦੀ ਹਕੂਮਤ ਨੂੰ ਜਿਹੜਾ ਸਲਾਮ ਕਰ ਗਿਆ, ਸਿਰ ਝੁਕਾ ਗਿਆ। ਨਹੀਂ, ਉਹਨਾਂ ਦੋਵਾਂ ਨੇ ਚਰਖੜੀ ਤੇ ਚੜ੍ਹ ਕੇ ਆਪਣੇ ਪ੍ਰਾਣਾਂ ਦੀ ਆਹੂਤੀ ਤੇ ਦੇ ਦਿੱਤੀ, ਆਪਣੇ ਸਰੀਰ ਦੇ ਅਖੀਰਲੇ ਖੂਨ ਦੇ ਕਤਰੇ ਨੂੰ ਤੇ ਵਹਾ ਦਿੱਤਾ, ਪਰ ਇਹਨਾਂ ਰਸਾਂ ਦੇ ਲਾਲਚ 'ਚ ਨਹੀਂ ਪਏ। ਸੋ ਮੈਂ ਬੇਨਤੀ ਕਰ ਰਿਹਾ, ਅੱਜ ਦੇ ਸ਼ਬਦ ਵਿੱਚ ਜ਼ਿਕਰ ਆਇਆ, ਉਹ ਇਹ ਆਇਆ, ਕਹਿੰਦੇ ਜਦੋਂ ਵਾਹਿਗੁਰੂ ਗੁਣ ਰੂਪ ਹੋ ਕੇ ਇਸ ਸਰੀਰ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਇੱਕ ਅੰਦਰ ਰਸ ਪੈਦਾ ਹੁੰਦਾ ਹੈ, ਆਤਮਾ ਇੱਕ ਰਸ ਵਿੱਚ ਝੂਮ ਉੱਠਦੀ ਹੈ। ਪਾਤਸ਼ਾਹ ਜੀ ਜ਼ਿਕਰ ਕਰਦੇ, ਕਹਿੰਦੇ ਘਰ ਆਏੜੇ ਸਾਜਨਾ ਤਾਂ ਤਨ ਖਰੀ ਸਰਸੀ ਰਾਮ। ਜਿਹੜੀ ਆਤਮਾ ਹੈ ਉਹ ਰਸ ਨਾਲ ਭਰ ਜਾਂਦੀ ਹੈ। ਉਹ ਕਿਹੜੇ ਰਸ ਨਾਲ ਭਰ ਜਾਂਦੀ? ਉਹ ਆਹੀ ਰਸ ਹੈ ਜਿਹਨੂੰ ਗੁਰਦੇਵ ਨੇ ਆਖਿਆ, ਰਾਮ ਰਸ ਪੀਆ ਰੇ ਜਿਹ ਰਸ ਬਿਸਰ ਗਏ ਰਸ ਔਰ। ਤੋ ਕਹਿੰਦੇ ਆਤਮਾ ਰਸ ਨਾਲ ਭਰ ਗਈ। ਕੀ ਹੋਇਆ? ਹਰ ਮੋਹੜੀ ਸਾਚ ਸ਼ਬਦ। ਇਹ ਆਤਮਾ ਸੱਚੇ ਸ਼ਬਦ ਵਿੱਚ ਮੋਈ ਜਾਂਦੀ ਹੈ। ਮੋਈ ਦਾ ਮਤਲਬ ਇੱਥੇ ਇਹ ਹੈ, ਜਿਵੇਂ ਬਾਣੀ 'ਚ ਇੱਕ ਉਦਾਹਰਣ ਹੁੰਦੀ ਹੈ ਕਿ ਭੌਰਾ ਕਮਲ ਦੇ ਫੁੱਲ ਤੇ ਬੈਠਦਾ ਤੇ ਉਹਦੇ ਤੇ ਬੈਠਦਾ ਬੈਠਦਾ ਇੰਨਾ ਕੁ ਮੋਹਿਆ ਜਾਂਦਾ ਹੈ ਕਿ ਉਹਦੇ ਰਸ ਨੂੰ ਮਾਣਦਾ ਹੋਇਆ ਆਪਣੇ ਆਪ ਨੂੰ ਭੁੱਲ ਜਾਂਦਾ ਹੈ ਕਿ ਇੱਥੋਂ ਉੱਡਣਾ ਵੀ ਹੈ। ਕਹਿੰਦੇ ਇਵੇਂ ਆਤਮਾ ਸ਼ਬਦ ਵਿੱਚ ਮੋਹੀ ਗਈ, ਭਾਵ ਇੱਕਮਿਕ ਹੋ ਗਈ ਹੈ। ਮੋਹੜੀ ਹਰ ਮੋਹੜੀ ਸਾਚ ਸ਼ਬਦ ਠਾਕੁਰ ਦੇਖ ਰਹੰਸੀ ਰਾਮ। ਉਹ ਆਪਣੇ ਵਾਹਿਗੁਰੂ ਠਾਕੁਰ ਨੂੰ ਦੇਖ ਕੇ ਰਸ ਨਾਲ ਭਰ ਜਾਂਦੀ ਹੈ। ਗੁਣ ਸੰਗ ਰਹੰਸੀ ਖਰੀ ਸਰਸੀ। ਗੁਣਾਂ ਦੇ ਨਾਲ ਉਹ ਰਸ ਨਾਲ ਭਰ ਗਈ ਹੈ, ਰਸ ਦੇ ਨਾਲ ਲਪਾਲਪ ਭਰ ਗਈ ਹੈ। ਤਾਂ ਰਾਵੀ ਰੰਗ ਰਾਤੇ। ਰੰਗ ਰਾਤੇ, ਰੰਗ ਰਾਤੇ ਦਾ ਭਾਵ ਹੈ ਜੋ ਚੀਜ਼ ਉਹਦੇ ਅੰਦਰ ਸੀ ਉਹਦਾ ਰੰਗ ਹੁਣ ਉਹਦੇ ਸਰੀਰ ਦੇ ਬਾਹਰ ਵੀ ਪ੍ਰਗਟ ਹੋਣ ਲੱਗਾ ਹੈ। ਜਿਵੇਂ ਅਸੀਂ ਸੰਸਾਰਕ ਤੌਰ ਤੇ ਦੇਖਦੇ ਹਾਂ ਕਿ ਕੋਈ ਫਲ ਬੂਟਾ ਅਸੀਂ ਲਾਉਂਦੇ ਹਾਂ, ਜੇ ਉਸ ਫਲ ਬੂਟੇ ਦੇ ਅੰਦਰ ਜੋ ਤੱਤ ਹੁੰਦਾ ਹੈ ਉਹਦੀ ਮਹਿਕ ਦੇ ਰਾਹੀਂ ਬਾਹਰ ਵੀ ਪ੍ਰਗਟ ਹੁੰਦਾ ਹੈ। ਜੋ ਬੀਜ ਦੇ ਅੰਦਰ ਤੱਤ ਹੁੰਦਾ ਹੈ, ਬੀਜ ਉਸ ਤੱਤ ਨੂੰ ਅਨੇਕ ਰੂਪ ਵਿੱਚ ਪੱਤਿਆਂ ਰਾਹੀਂ, ਫੁੱਲਾਂ ਰਾਹੀਂ, ਆਪਣੀ ਖੁਸ਼ਬੂ ਰਾਹੀਂ ਬਾਹਰ ਪ੍ਰਗਟ ਕਰਦਾ ਹੈ। ਇਵੇਂ ਕਹਿੰਦੇ ਜਿਹੜੇ ਗੁਣ ਅੰਦਰ ਪ੍ਰਵੇਸ਼ ਹੋਏ ਸਨ ਉਹ ਕੇਵਲ ਅੰਦਰ ਨਹੀਂ ਰਹੇ, ਉਹ ਹੁਣ ਬਾਹਰ ਵੀ ਪ੍ਰਗਟ ਹੋ ਗਏ ਨੇ। ਉਹਨਾਂ ਦਾ ਰੰਗ ਬਾਹਰ ਵੀ ਪ੍ਰਗਟ ਹੋਣ ਲੱਗਾ ਹੈ। ਪਾਤਸ਼ਾਹ ਜੀ ਜ਼ਿਕਰ ਕਰਦੇ,
ਅਵਗਣ ਮਾਰ ਗੁਣੀ ਕਰ ਛਾਇਆ। ਤੇ ਉਹਨਾਂ ਗੁਣਾਂ ਨੇ ਅੰਦਰੋਂ ਅਵਗਣਾਂ ਨੂੰ ਮਾਰ ਦਿੱਤਾ ਹੈ, ਭਾਵ ਖਤਮ ਕਰ ਦਿੱਤਾ ਹੈ। ਜੋ ਗੁਣ ਵਾਹਿਗੁਰੂ ਦੇ ਮੇਰੇ ਸਰੀਰ ਅੰਦਰ ਪ੍ਰਵੇਸ਼ ਕੀਤੇ ਸਨ, ਉਹਨਾਂ ਗੁਣਾਂ ਨੇ ਮੇਰੇ ਅੰਦਰੋਂ ਅਵਗਣਾਂ ਨੂੰ ਖਤਮ ਕਰ ਦਿੱਤਾ। ਅਵਗਣ ਮਾਰ ਗੁਣੀ ਕਰ ਛਾਇਆ, ਪੂਰੇ ਪੁਰਖ ਵਿਦਾਤੈ। ਇਹ ਹੋਰ ਕਿਸੇ ਦੇ ਗੁਣ ਨਹੀਂ, ਇਹ ਪੂਰੇ ਪੁਰਖ ਵਿਦਾਤੇ ਦੇ ਗੁਣ ਨੇ। ਕੁਝ ਗੁਣ ਬੰਦਿਆਂ ਦੇ ਵੀ ਹੁੰਦੇ ਹਨ, ਪਰ ਉਹ ਗੁਣ ਕਿਸੇ ਦੇ ਅੰਦਰੋਂ ਅਵਗਣਾਂ ਨੂੰ ਖਤਮ ਨਹੀਂ ਕਰ ਪਾਉਂਦੇ। ਪਰ ਬਾਣੀ ਕਹਿੰਦੀ ਹੈ ਜੋ ਕਰਤੇ ਪੁਰਖ ਦੇ ਗੁਣ ਹੋਣ, ਉਹ ਬੰਦੇ ਦੇ ਅੰਦਰੋਂ ਉਸ ਦੇ ਅਵਗਣਾਂ ਨੂੰ ਖਤਮ ਕਰ ਦਿੰਦੇ ਨੇ, ਮਾਰ ਦਿੰਦੇ ਨੇ। ਬਾਣੀ ਵਿੱਚ ਬੰਦੇ ਦੇ ਗੁਣਾਂ ਦਾ ਜ਼ਿਕਰ ਵੀ ਹੈ ਤੇ ਕਰਤੇ ਪੁਰਖ ਦੇ ਗੁਣਾਂ ਦਾ ਵੀ ਜ਼ਿਕਰ ਹੈ, ਪਰ ਦੋਵਾਂ ਵਿੱਚ ਫਰਕ ਇਹ ਰੱਖਿਆ ਗਿਆ ਕਿ ਕਰਤੇ ਪੁਰਖ ਦੇ ਗੁਣ ਬੰਦੇ ਦੇ ਅੰਦਰੋਂ ਅਵਗਣਾਂ ਨੂੰ ਮਾਰ ਦਿੰਦੇ ਨੇ, ਪਰ ਬੰਦੇ ਦੇ ਗੁਣ ਬੰਦੇ ਨੂੰ ਅਵਗਣਾਂ ਤੋਂ ਮੁਕਤੀ ਨਹੀਂ ਦਿਵਾ ਸਕਦੇ, ਨਿਜਾਤ ਨਹੀਂ ਕਰ ਸਕਦੇ। ਅਸੀਂ ਕਿਸੇ ਕੋਲੋਂ ਕੋਈ ਗੁਣ ਸਿੱਖਦੇ ਹਾਂ, ਮੰਨ ਲਓ ਕੋਈ ਇੱਕ ਬੰਦਾ ਹੈ ਜਿਸ ਨੂੰ ਕੋਈ ਹੁਨਰ ਨਹੀਂ ਆਉਂਦਾ, ਉਹ ਕਿਸੇ ਹੁਨਰਬਾਜ਼ ਦੇ ਕੋਲ ਜਾਂਦਾ ਹੈ, ਉਹਦੇ ਕੋਲੋਂ ਹੁਨਰ ਸਿੱਖਦਾ ਹੈ। ਹੁਨਰ ਸਿੱਖਦਾ ਸਿੱਖਦਾ ਉਹ ਉਸ ਹੁਨਰਬਾਜ਼ ਵਰਗਾ ਹੋ ਜਾਂਦਾ ਹੈ, ਪਰ ਇਹਦਾ ਇਹ ਮਤਲਬ ਨਹੀਂ ਕਿ ਉਹਦੇ ਅੰਦਰੋਂ ਲਾਲਚ ਦਾ ਅਵਗਣ ਮਿਟ ਗਿਆ ਹੋਵੇਗਾ। ਇਹਦਾ ਇਹ ਮਤਲਬ ਕਤਾ ਚਿਤ ਵੀ ਨਹੀਂ ਕਿ ਉਹਦੇ ਅੰਦਰੋਂ ਅਹੰਕਾਰ ਮਿਟ ਗਿਆ ਹੋਵੇਗਾ, ਨਹੀਂ। ਕਈ ਵਾਰ ਐਸਾ ਹੁੰਦਾ ਹੈ, ਅਸੀਂ ਜ਼ਿੰਦਗੀ 'ਚ ਦੇਖਦੇ ਹਾਂ ਕਿ ਕੋਈ ਬੰਦਾ ਕਿਸੇ ਚੰਗੇ ਉਸਤਾਦ ਦਾ ਚੰਡਿਆ ਹੁੰਦਾ ਹੈ, ਉਹਦੇ ਵਿੱਚ ਉਸ ਚੰਗੇ ਉਸਤਾਦ ਦੇ ਗੁਣ ਹੁੰਦੇ ਨੇ, ਪਰ ਉਹ ਗੁਣ ਹੋਣ ਦੇ ਬਾਵਜੂਦ ਵੀ ਉਹਦੇ ਅੰਦਰ ਅਵਗਣ ਵੀ ਪਲ ਰਹੇ ਹੁੰਦੇ ਨੇ। ਉਹ ਅਵਗਣਾਂ ਨੂੰ ਵੀ ਨਾਲ ਨਾਲ ਲੈ ਕੇ ਤੁਰਦਾ ਹੈ, ਨਾਲ ਨਾਲ ਹਟਾਉਂਦਾ ਹੈ। ਇਸੇ ਨੂੰ ਸਤਿਗੁਰੂ ਕਹਿੰਦੇ ਨੇ, ਕਹਿੰਦੇ ਬੰਦੇ ਦੇ ਗੁਣ ਬੰਦੇ ਦੇ ਅੰਦਰੋਂ ਅਵਗਣਾਂ ਨੂੰ ਮਾਰ ਨਹੀਂ ਸਕਦੇ, ਪਰ ਕਰਤੇ ਪੁਰਖ ਦਾ ਇੱਕ ਵੀ ਗੁਣ ਬੰਦੇ ਦੇ ਅੰਦਰ ਆ ਜਾਏ, ਉਹ ਉਹਦੇ ਅੰਦਰੋਂ ਅਵਗਣਾਂ ਨੂੰ ਪੁੱਟ ਦਿੰਦਾ ਹੈ, ਖਤਮ ਕਰ ਦਿੰਦਾ ਹੈ। ਇਹ ਫਰਕ ਹੈ ਜੀ। ਇਸ ਫਰਕ ਨੂੰ ਕਰ ਅਸੀਂ ਚੱਲ ਕੇ ਮੰਨ ਕੇ ਚੱਲਣਾ ਹੈ। ਅੱਜ ਬੰਦਾ ਬੰਦੇ ਕੋਲੋਂ ਗੁਣ ਜ਼ਰੂਰ ਲੈ ਲੈਂਦਾ, ਉਹਨੂੰ ਇਉਂ ਲੱਗਦਾ ਕਿ ਮੈਂ ਇਹਦੇ ਕੋਲੋਂ ਗੁਣ ਲੈ ਲਿਆ, ਪਰ ਉਹਦੇ ਅੰਦਰੋਂ ਅਵਗਣ ਮਿਟਦੇ ਨਹੀਂ। ਇਸ ਫਰਕ ਨੂੰ ਕਰਕੇ ਚੱਲਾਂਗੇ, ਫਿਰ ਅਸੀਂ ਸਮਝਾਂਗੇ ਕਿ ਵਾਹਿਗੁਰੂ ਦੇ ਪਰਮੇਸ਼ਰ ਦੇ ਗੁਣਾਂ ਅੰਦਰ ਤੇ ਬੰਦੇ ਦੇ ਗੁਣਾਂ ਅੰਦਰ ਕੀ ਫਰਕ ਹੈ, ਕੀ ਅੰਤਰ ਹੈ। ਉਸ ਅੰਤਰ ਨੂੰ ਸਤਿਗੁਰੂ ਜੀ ਦੱਸ ਰਹੇ ਨੇ। ਕਹਿੰਦੇ ਜਦੋਂ ਵਾਹਿਗੁਰੂ ਦੇ ਗੁਣ ਬੰਦੇ ਦੇ ਅੰਦਰ ਆਉਂਦੇ ਨੇ, ਅਵਗਣ ਮਾਰ ਗੁਣੀ ਕਰ ਛਾਇਆ। ਜਦੋਂ ਵਾਹਿਗੁਰੂ ਦੇ ਗੁਣਾਂ ਦੀ ਛਾਂ ਬੰਦੇ ਦੇ ਉੱਪਰ ਹੁੰਦੀ ਹੈ, ਉਹਦੇ ਅੰਦਰ ਆਉਂਦੇ ਨੇ, ਅਵਗਣ ਮਰ ਜਾਂਦੇ ਨੇ। ਪੂਰੇ ਪੁਰਖ ਵਿਦਾਤੇ, ਇਹ ਗੁਣ ਉਸ ਵਾਹਿਗੁਰੂ ਪੂਰਨ ਪੁਰਖ ਦੇ ਹਨ। ਤਸ਼ਕਰ ਮਾਰ ਵਸੀ ਪੰਚਾਇਣ। ਤਸ਼ਕਰ ਕਹਿੰਦੇ ਨੇ ਚੋਰ ਨੂੰ, ਜਿਹੜੇ ਅੰਦਰ ਚੋਰ ਨੇ। ਬਾਣੀ ਨੇ 5 ਚੋਰ ਮੰਨੇ ਨੇ। ਇਸ ਦੇਹੀ ਅੰਦਰ 5 ਚੋਰ ਵਸੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ। ਅੰਮ੍ਰਿਤ ਲੁਟੈ, ਮਨ ਮੁਖ ਨਹੀਂ ਬੂਝੈ, ਕੋਏ ਨਾ ਸੁਣੈ ਪੁਕਾਰਾ। ਬਾਣੀ ਨੇ 5 ਚੋਰ। ਚੋਰ ਦਾ ਮਤਲਬ ਹੁੰਦਾ ਹੈ ਕਿਸੇ ਘਰ ਦੀ ਚੀਜ਼ ਚੁਰਾ ਕੇ ਲੈ ਜਾਣ ਵਾਲੇ। ਬਾਣੀ ਨੇ ਇਹਨਾਂ ਵਿਕਾਰਾਂ ਨੂੰ ਬੰਦੇ ਦੇ ਅੰਦਰੋਂ ਗੁਣਾਂ ਨੂੰ ਚਰਾਉਣ ਵਾਲੇ ਦੱਸਿਆ ਹੈ। ਕਾਮ ਬੰਦੇ ਦੇ ਗੁਣ ਨੂੰ ਚਰਾਉਂਦਾ ਹੈ, ਕ੍ਰੋਧ ਬੰਦੇ ਦੇ ਗੁਣਾਂ ਨੂੰ ਚਰਾਉਂਦਾ ਹੈ, ਲਾਲਚ ਬੰਦੇ ਦੇ ਗੁਣਾਂ ਨੂੰ ਚਰਾਉਂਦਾ ਹੈ। ਸਤਿਗੁਰ ਨੇ ਇਸ ਕਰਕੇ ਇਹਨਾਂ ਨੂੰ ਚੋਰ ਆਖਿਆ। ਤਾਂ ਗੁਰਦੇਵ ਕਹਿੰਦੇ ਜਿਹੜੇ ਅੰਦਰ ਚੋਰ ਸਨ, ਇਹ ਹੁਣ ਮਰ ਗਏ ਨੇ। ਤਸ਼ਕਰ ਮਾਰ, ਤਸ਼ਕਰ ਦਾ ਭਾਵ ਹੁੰਦਾ ਚੋਰ। ਰੱਬ ਦੇ ਗੁਣਾਂ ਨੇ ਇਹ 5 ਚੋਰ ਮਾਰ ਦਿੱਤੇ ਨੇ। ਵਸੀ ਪੰਚਾਇਣ, ਪੰਚਾਇਣ ਦਾ ਭਾਵ ਹੈ ਜਿਵੇਂ ਕੋਈ ਫੈਸਲਾ ਕਰਨਾ ਹੋਵੇ ਤੇ ਆਪਾਂ ਕਹਿੰਦੇ ਹਾਂ ਚੰਦ ਸੱਜਣ ਸੱਦ ਲਓ, ਆਓ ਆਪਾਂ ਪੰਚਾਇਤ ਕਰਕੇ ਫਲਾਣੀ ਚੀਜ਼ ਦਾ ਫੈਸਲਾ ਕਰ ਲਈਏ। ਪੰਚਾਇਣ ਦਾ ਭਾਵ ਹੈ ਕੁਝ ਮੁਖੀ ਸੱਜਣਾਂ ਨੂੰ ਇਕੱਠਾ ਕਰਕੇ ਕਿਸੇ ਖਾਸ ਮੁੱਦੇ ਤੇ ਫੈਸਲਾ ਲੈਣਾ। ਕਹਿੰਦੇ ਇਵੇਂ ਹੀ ਵਾਹਿਗੁਰੂ ਦੇ ਗੁਣ ਹੁਣ ਪੰਚਾਇਣ ਹੋ ਕੇ, ਮੁਖੀ ਹੋ ਕੇ ਇਸ ਸਰੀਰ ਦੇ ਅੰਦਰ ਵਿਚਰ ਰਹੇ ਨੇ ਤੇ ਸਰੀਰ ਦੇ ਹਰ ਇੱਕ ਫੈਸਲੇ ਉਹ ਗੁਣ ਕਰਦੇ ਨੇ, ਨਾ ਕਿ ਇਹ ਪੰਚ ਚੋਰ ਕਰਦੇ ਨੇ। ਅਦਲ ਕਰੇ ਵਿਚਾਰੇ, ਅਦਲ ਕਹਿੰਦੇ ਨੇ ਫੈਸਲਾ। ਇਹ ਹੁਣ ਗੁਣ ਹੀ ਬੰਦੇ ਦੇ ਅੰਦਰ ਫੈਸਲਾ ਕਰਦੇ ਨੇ ਕਿ ਕੀ ਠੀਕ ਹੈ
ਤੇ ਕੀ ਗਲਤ ਹੈ। ਨਾਨਕ RAM ਨਾਮ ਨਿਸਤਾਰਾ, हे ਨਾਨਕ RAM ਨਾਮ ਹੀ ਭਾਵ ਪਰਮੇਸ਼ਰ ਦੇ ਗੁਣ ਹੀ ਨਿਸਤਾਰਾ, ਤੇਰਾ ਨਿਸਤਾਰਾ ਕਰ ਸਕਦੇ ਹਨ। ਗੁਰਮਤ ਮਿਲੈ ਪਿਆਰੇ, ਪਰ ਇਹ ਹੋਰ ਕਿਸੇ ਤਰੀਕੇ ਨਾਲ ਨਹੀਂ ਮਿਲ ਸਕਦੇ। ਇਹਨਾਂ ਨੂੰ ਮਿਲਣ ਦਾ ਇੱਕ ਹੀ ਤਰੀਕਾ ਹੈ, ਗੁਰਮਤ ਮਿਲੈ ਪਿਆਰੇ। ਗੁਰੂ ਦੀ ਮੱਤ ਧਾਰਨ ਕਰ ਲਾ, ਗੁਰੂ ਦੀ ਮੱਤ ਹੀ ਤੈਨੂੰ ਪਰਮੇਸ਼ਰ ਦੇ ਗੁਣਾਂ ਨੂੰ ਆਪਣੇ ਅੰਦਰ ਪ੍ਰਵੇਸ਼ ਕਰਾਉਣ ਦੀ ਅਕਲ ਦੱਸੇਗੀ। ਸੋ ਅੱਜ ਦੇ ਸ਼ਬਦ ਅੰਦਰ ਸਤਿਗੁਰ ਨੇ ਇੱਕ ਖਾਸ ਗੱਲ ਸਾਡੇ ਨਾਲ ਸਾਂਝੀ ਕੀਤੀ, ਉਹ ਇਹ ਕਿ ਵਾਹਿਗੁਰੂ ਅੰਦਰ ਹੈ, ਇਹਦੇ 'ਚ ਕੋਈ ਦੋ ਰਾਵਾ ਨਹੀਂ, ਪਰ ਉਸ ਅੰਦਰ ਹੋਣ ਦਾ ਅਹਿਸਾਸ ਤਾਂ ਹੀ ਅਸੀਂ ਮਾਣ ਸਕਦੇ ਹਾਂ ਜੇ ਬਾਹਰ ਵਸੇ ਹੋਏ ਗੁਣਾਂ ਨੂੰ, ਜੋ ਇਸ ਕੁੱਲ ਕਾਇਨਾਤ ਵਿੱਚ ਵਸ ਰਹੇ ਨੇ, ਉਹਨਾਂ ਨੂੰ ਅਸੀਂ ਬਾਹਰੋਂ ਆਪਣੇ ਅੰਦਰ ਪ੍ਰਵੇਸ਼ ਕਰਾਵਾਂਗੇ। ਇਸ ਪ੍ਰਵੇਸ਼ ਕਰਾਉਣ ਦੀ ਪ੍ਰਕਿਰਿਆ ਨੂੰ ਹੀ ਗੁਰੂ ਨੇ ਭਗਤੀ ਆਖਿਆ, ਹੋਰ ਕੋਈ ਭਗਤੀ ਖਾਸ ਚੀਜ਼ ਨਹੀਂ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ। ਭਗਤੀ ਹੋਰ ਕੋਈ ਖਾਸ ਚੀਜ਼ ਨਹੀਂ, ਪਰ ਭਗਤੀ ਇਸੇ ਚੀਜ਼ ਦੀ ਪ੍ਰਕਿਰਿਆ ਹੈ ਕਿ ਜੋ ਗੁਣ ਕੁਦਰਤ ਨੇ ਇਸ ਪੂਰੀ ਕਾਇਨਾਤ ਵਿੱਚ ਵੰਡੇ ਹੋਏ ਨੇ, ਉਹਨਾਂ ਗੁਣਾਂ ਚੋਂ ਕੁਝ ਚਨਿੰਦਾ ਗੁਣਾਂ ਨੂੰ ਅਸੀਂ ਖਾਸ ਪ੍ਰਕਿਰਿਆ ਦੇ ਤਹਿਤ ਆਪਣੇ ਅੰਦਰ ਪ੍ਰਵੇਸ਼ ਕਰਵਾ ਲਈਏ ਤੇ ਉਹ ਪ੍ਰਕਿਰਿਆ ਗੁਰੂ ਦੀ ਮੱਤ ਦੁਆਰਾ ਹੀ ਸਾਨੂੰ ਸਮਝ ਆ ਸਕਦੀ ਹੈ। ਇਹ ਵਿਚਾਰ ਸਾਡੇ ਨਾਲ ਸਾਂਝੀ ਕੀਤੀ ਹੈ। ਹੋਈਆਂ ਭੁੱਲਾਂ ਗਲਤੀਆਂ ਦੀ ਸਤ ਸੰਗਤ ਅਤੇ ਗੁਰੂ ਪਾਤਸ਼ਾਹ ਨੇ ਖਿਮਾ ਬਖਸ਼ਿਸ਼ ਕਰ ਦੇਣੀ। ਗੱਜ ਵੱਜ ਕੇ ਕਹਿਣਾ ਜੀਓ ਵਾਹਿਗੁਰੂ ਜੀ ਕਾ ਖਾਲਸਾ।